ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਬਾਣੀ ਜੋ ਕਿ ਆਪਣੇ ਆਪ ਵਿੱਚ ਇੱਕ ਪੂਰਾ ਬ੍ਰਹਿਮੰਡ ਹੈ, ਜਿਸ ਬ੍ਰਹਿਮੰਡ ਦੀ ਸੈਰ, ਖੋਜ ਅਤੇ ਗਿਆਨ ਅਸੀਂ ਲਗਾਤਾਰ ਪੌੜੀਆਂ ਅੰਦਰ ਮਿਲ ਜੁਲ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਮਝ ਰਹੇ ਹਾਂ। ਅਤੇ ਅੱਜ ਵਿਚਾਰਾਂ ਕਰਦੇ ਹੋਏ 25ਵੀਂ ਪੌੜੀ ਉੱਤੇ ਆ ਪਹੁੰਚੇ ਹਾਂ, ਜਿੱਥੇ ਆ ਕੇ ਸਾਨੂੰ ਪਤਾ ਲੱਗਦਾ ਹੈ ਕਿ ਦਾਤ ਸਿਰਫ ਘਰ-ਬਾਰ ਜਾਂ ਧੀ ਪੁੱਤ ਹੀ ਨਹੀਂ ਹੁੰਦੀ, ਬਲਕਿ ਭੁੱਖ ਵੀ ਦਾਤ ਹੈ, ਦੁੱਖ ਵੀ ਦਾਤ ਹੈ। ਅਤੇ ਅੰਤ ਵਿੱਚ ਗੁਰੂ ਸਾਹਿਬ ਇਹ ਵੀ ਸਮਝਾਉਂਦੇ ਹਨ ਕਿ ਸਭ ਤੋਂ ਵੱਡੀ ਦਾਤ ਕਿਹੜੀ ਹੈ। ਤਾਂ ਆਓ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਪੌੜੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਦੀ ਸ਼ੁਰੂਆਤੀ ਤੁਕ ਅੰਦਰ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਬਹੁਤਾ ਕਰਮ ਲਿਖਿਆ ਨਾ ਜਾਏ। ਕਰਮ ਭਾਵ ਬਖਸ਼ਿਸ਼। ਗੁਰੂ ਪਿਆਰੂ, ਅਕਾਲ ਪੁਰਖ ਦੇ ਜੇ ਕਰਮ ਦੀ ਗੱਲ ਕਰੀਏ, ਬਖਸ਼ਿਸ਼ ਦੀ ਗੱਲ ਕਰੀਏ, ਤਾਂ ਦੁਨੀਆ ਤੇ ਐਸਾ ਕੋਈ ਨਹੀਂ ਜਿਸ ਉੱਤੇ ਉਸ ਦੀ ਬਖਸ਼ਿਸ਼ ਨਾ ਹੋਵੇ। ਹਰ ਕੋਈ ਕਿਸੇ ਨਾ ਕਿਸੇ ਕਰਮ ਨਾਲ ਨਿਵਾਜਿਆ ਹੋਇਆ ਹੈ, ਹਰੇਕ ਤੇ ਉਸ ਦਾ ਕਰਮ ਹੈ। ਜੇ ਦੱਸਣਾ ਹੋਏ ਕਿ ਉਸ ਦਾ ਕਰਮ ਕਿੰਨਾ ਹੈ, ਕਿੰਨਿਆਂ ਤੇ ਹੈ ਜਾਂ ਕਿੰਨਾ ਮਹਾਨ ਹੈ, ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਬਹੁਤਾ ਕਰਮ ਭਾਵ ਕਰਮ ਬਹੁਤ ਹੀ ਵੱਡਾ ਹੈ। ਕਿੰਨਾ ਵੱਡਾ ਜਾਂ ਬਹੁਤਾ? ਇੰਨਾ ਬਹੁਤਾ ਕਿ ਲਿਖਿਆ ਨਾ ਜਾਏ, ਭਾਵ ਅਕਾਲ ਪੁਰਖ ਦੀ ਬਖਸ਼ਿਸ਼ ਇੰਨੀ ਵੱਡੀ ਹੈ ਕਿ ਉਸ ਨੂੰ ਲਿਖਣ ਵਿੱਚ ਲਿਆਂਦਾ ਨਹੀਂ ਜਾ ਸਕਦਾ। ਜੇ ਲਿਖਣਾ ਵੀ ਚਾਹੋ, ਜੇ ਦੱਸਣਾ ਵੀ ਚਾਹੋ, ਜੇ ਕਿਸੇ ਲੇਖ ਅੰਦਰ ਲਿਆਣਾ ਵੀ ਚਾਹੋ ਤਾਂ ਨਹੀਂ ਲਿਖ ਸਕਦੇ, ਨਹੀਂ ਦੱਸ ਸਕਦੇ ਕਿ ਉਸ ਦੀ ਬਖਸ਼ਿਸ਼ ਕਿੰਨੀ ਮਹਾਨ ਹੈ। ਤੇ ਗੁਰੂ ਪਿਆਰੋ, ਇੱਥੇ ਇੱਕ ਸਵਾਲ ਵੀ ਪੈਦਾ ਹੁੰਦਾ ਹੈ ਕਿ ਉਹ ਅਕਾਲ ਪੁਰਖ ਜੋ ਸਭ ਤੋਂ ਵੱਡਾ ਹੈ, ਜਿਸ ਦਾ ਕਰਮ ਵੱਡਾ ਹੈ, ਜੋ ਸਭ ਨੂੰ ਦਾਤਾਂ ਦਿੰਦਾ ਹੈ, ਕਿ ਉਹ ਵੀ ਇਨਸਾਨਾਂ ਵਾਂਗ ਕੁਝ ਦੇ ਕੇ ਕੁਝ ਵਾਪਸ ਲੈਣ ਦਾ ਲੋਭ ਰੱਖਦਾ ਹੈ, ਕਿ ਉਸ ਅੰਦਰ ਵੀ ਕੋਈ ਇੱਛਾ ਹੈ? ਤਾਂ ਗੁਰੂ ਸਾਹਿਬ ਇਸ ਦੇ ਜਵਾਬ ਵਿੱਚ ਫਰਮਾਉਂਦੇ ਹਨ ਕਿ ਵੱਡਾ ਦਾਤਾ ਤਿਲ ਨਾ ਤਮਾਏ, ਭਾਵ ਕਿ ਉਹ ਤਾਂ ਦਾਤਾ ਹੈ, ਵੱਡਾ ਦਾਤਾ, ਸਭ ਤੋਂ ਵੱਡਾ ਦਾਤਾ, ਦਾਤਾਰ, ਅਤੇ ਉਸ ਅੰਦਰ ਤਿਲ ਜਿੰਨਾ ਵੀ ਤਮਾਏ, ਭਾਵ ਥੋੜਾ ਜਿਹਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਲਾਲਚ ਨਹੀਂ ਹੈ। ਲਾਲਚ ਕਿ ਮੈਂ ਜੇ ਕਿਸੇ ਨੂੰ ਕੁਝ ਦੇ ਰਿਹਾ ਹਾਂ ਤਾਂ ਉਸ ਦੇ ਬਦਲੇ ਵਿੱਚ ਮੈਨੂੰ ਕੁਝ ਚਾਹੀਦਾ ਹੈ, ਨਹੀਂ, ਉਹ ਸਾਡੇ ਵਾਂਗ ਨਹੀਂ ਹੈ ਕਿ ਕੁਝ ਦੇ ਕੇ ਬਦਲੇ ਵਿੱਚ ਕੁਝ ਮੰਗੇ। ਗੁਰੂ ਪਿਆਰਿਓ, ਉਹ ਅਕਾਲ ਪੁਰਖ ਦਾ ਸਭ ਦਾ ਦਾਤਾ ਹੈ। ਜਰਾ ਸੋਚੋ, ਜੋ ਸਭ ਨੂੰ ਸਭ ਕੁਝ ਦੇ ਰਿਹਾ ਹੈ, ਜਿਸ ਪਾਸੋਂ ਸਭ ਕੁਝ ਆ ਰਿਹਾ ਹੈ, ਜਿਸ ਤੋਂ ਸਭ ਕੁਝ ਪੈਦਾ ਹੋਇਆ, ਉਸ ਨੂੰ ਕਿਸੇ ਚੀਜ਼ ਦਾ ਕੀ ਲਾਲਚ? ਇਸ ਦੇ ਉਲਟ ਉਸ ਕੋਲੋਂ ਤਾਂ ਅਸੀਂ ਗੁਣ ਲੈਣੇ ਹਨ, ਅਸੀਂ ਸੰਤੋਖ 'ਚ ਰਹਿਣਾ ਸਿੱਖਣਾ ਹੈ। ਉਸ ਦੇ ਦਰ ਤੋਂ ਪਤਾ ਨਹੀਂ ਸਾਡੇ ਵਰਗੇ ਕਿੰਨੇ ਹਰ ਰੋਜ਼ ਕਿੰਨਾ ਕੁਝ ਮੰਗਦੇ ਹਨ। ਜਿਵੇਂ ਕਿ ਅਗਲੀ ਪੰਕਤੀ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕੀਤੇ ਮੰਗੇ ਜੋਧ ਅਪਾਰ। ਕੀਤੇ ਭਾਵ ਕਈ, ਜੋਧ ਭਾਵ ਯੋਧੇ, ਸੂਰਮੇ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਕੋਲ ਕੀਤੇ ਭਾਵ ਅਣਗਿਣਤ ਯੋਧੇ ਦਾਤ ਮੰਗ ਰਹੇ ਹਨ। ਯੋਧੇ ਗੁਰੂ ਪਿਆਰੋ ਕੀ ਮੰਗਦੇ ਹਨ? ਉਹ ਯੁੱਧ ਸ਼ਕਤੀ ਦੀ ਤਾਕਤ ਮੰਗਦੇ ਹਨ, ਲੜਾਈ ਵਿੱਚ ਜਿੱਤ ਹੋਵੇ ਐਸੀ ਕਲਾ ਮੰਗਦੇ ਹਨ। ਕਹਿਣ ਤੋਂ ਭਾਵ ਕਿ ਜਿਸ ਕੋਲ ਬਹੁਤ ਤਾਕਤ ਹੈ, ਜਿਸ ਦੇ ਪਿੱਛੇ ਬਹੁਤ ਸੈਨਾ ਹੈ, ਰਾਜ ਹੈ, ਸਭ ਕੁਝ ਹੈ, ਉਹ ਵੀ ਮਾਲਕ ਦੇ ਦਰ ਤੋਂ ਮੰਗਦੇ ਹੀ ਰਹਿੰਦੇ ਹਨ। ਅਤੇ ਸਿਰਫ ਯੋਧੇ ਹੀ ਨਹੀਂ, ਹੋਰ ਵੀ ਬਹੁਤ ਹਨ ਜੋ ਬਹੁਤ ਕੁਝ ਮੰਗਦੇ ਹਨ। ਜਿਵੇਂ ਕਿ ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਕੀਤਿਆਂ ਗਣਤ ਨਹੀਂ ਵਿਚਾਰ। ਕੀਤਿਆਂ ਭਾਵ ਕਈ ਸਾਰੇ, ਬਹੁਤਾਂਤ ਲੁਕਾਈ ਦਾਤਾਂ ਭੋਗ ਰਹੇ ਹਨ ਅਤੇ ਬਹੁਤ ਸਾਰੇ ਮੰਗ ਵੀ ਰਹੇ ਹਨ, ਪਰ ਇਹ ਸਾਰੇ ਕਿੰਨੇ ਹਨ? ਇਹਨਾਂ ਦੀ ਗਣਤ ਭਾਵ ਗਿਣਤੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਵਿਚਾਰ ਕੀਤੀ ਜਾ ਸਕਦੀ ਹੈ ਕਿ ਕਿੰਨੇ ਹਨ, ਕਿਤੇ ਕਿਤੇ ਹਨ, ਕੀ ਕੀ ਮੰਗਦੇ ਹਨ। ਇਸ ਦੀ ਨਾ ਗਿਣਤੀ ਹੋ ਸਕਦੀ ਹੈ ਨਾ ਵਿਚਾਰ, ਕਿਉਂਕਿ ਐਸਾ ਬਹੁਤ ਕੁਝ ਹੈ ਜੋ ਸਿਰਫ ਮਨਾਂ ਅੰਦਰ ਹੁੰਦਾ ਹੈ, ਜੋ ਸਿਰਫ ਮਾਲਕ ਜਾਣਦਾ ਹੈ ਜਾਂ ਉਸ ਕੋਲੋਂ ਮੰਗਣ ਵਾਲਾ। ਤਾਂ ਗੁਰੂ ਪਿਆਰਿਓ, ਹੁਣ ਤੱਕ ਜੋ ਗੁਰੂ ਸਾਹਿਬ ਨੇ ਸਮਝਾਇਆ ਉਹ ਇਹ ਕਿ ਇੱਕ ਦਾਤਾਰ ਹੈ ਜੋ ਬਹੁਤ ਕਰਮ ਵਾਲਾ ਹੈ, ਬਹੁਤ ਬਖਸ਼ਿਸ਼ਾਂ ਵਾਲਾ ਹੈ, ਸਭ ਨੂੰ ਦਾਤਾਂ ਦਿੰਦਾ ਹੈ ਜਿਸ ਦਾ ਕੋਈ ਅੰਤ ਨਹੀਂ, ਅਤੇ ਉਸ ਕੋਲੋਂ ਦਾਤਾਂ ਲੈਣ ਵਾਲੇ ਵੀ ਬੇਅੰਤ ਹਨ, ਕੋਈ ਅੰਤ ਨਹੀਂ। ਇਸ ਤੋਂ ਬਾਅਦ ਹੁਣ ਉਹਨਾਂ ਬਾਰੇ ਵਿਚਾਰ ਹੈ ਜੋ ਦਾਤਾਂ ਪ੍ਰਾਪਤ ਕਰ ਰਹੇ ਹਨ, ਪਰ ਉਹ ਭੋਗ ਕਿਵੇਂ ਰਹੇ ਹਨ, ਉਹਨਾਂ ਬਾਰੇ ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਕੀਤੇ ਖੱਪ ਟੁਟਹਿ ਵਿਕਾਰ। ਖੱਪ ਭਾਵ ਖਪਣਾ, ਖੱਪ ਟੁਟਹਿ ਭਾਵ ਖੱਪ ਖੱਪ ਕੇ ਨਾਸ਼ ਹੋਣਾ। ਗੁਰੂ ਪਿਆਰੋ, ਇੱਕ ਗੱਲ ਯਾਦ ਰੱਖੇ ਕਿ ਦਾਤ ਰੱਬ ਸਭ ਨੂੰ ਦਿੰਦਾ ਹੈ, ਜਿਉਣ ਲਈ ਸਾਹ, ਖਾਣ ਲਈ ਭੋਜਨ, ਪੀਣ ਲਈ ਪਾਣੀ, ਇਸ ਤੋਂ ਇਲਾਵਾ ਜੋ ਵੀ ਕੁਝ ਹੈ, ਭਾਵ ਜ਼ਰੂਰਤ ਤੋਂ ਜ਼ਿਆਦਾ ਜੋ ਵੀ ਕੁਝ ਸਾਨੂੰ ਮਿਲਿਆ ਹੈ, ਉਸ ਤੋਂ ਸਾਡੀ ਅਸਲ ਪਰਖ ਹੁੰਦੀ ਹੈ। ਜਿਵੇਂ ਜੇ ਸਾਡੇ ਕੋਲ ਬਹੁਤ ਕੁਝ ਹੈ, ਚੰਗੇ ਪਦਾਰਥ ਹਨ, ਨਾਮ ਹੈ, ਹਰ ਸ਼ੈ ਹੈ, ਤਾਂ ਇਸ ਹਾਲਾਤ ਅੰਦਰ ਅਸੀਂ ਕਿਵੇਂ ਮੋਹ ਵਿਕਾਰਾਂ ਤੋਂ ਦੂਰ ਰਹਿ ਕੇ ਮਾਲਕ ਨਾਲ ਜੁੜੇ ਰਹਿੰਦੇ ਹਾਂ, ਇਹ ਸਾਡੀ ਪਰਖ ਹੁੰਦੀ ਹੈ।
ਇਸ ਤੋਂ ਇਲਾਵਾ ਜੇ ਸਾਡੇ ਕੋਲ ਜ਼ਰੂਰਤ ਤੋਂ ਇਲਾਵਾ ਹੋਰ ਕੁਝ ਨਹੀਂ, ਨਾ ਚੰਗਾ ਕਾਰਨ, ਨਾ ਪੈਸਾ, ਨਾ ਕੋਈ ਪਦਾਰਥ, ਤਾਂ ਇਹੋ ਜਿਹੇ ਹਾਲਾਤ ਅੰਦਰ ਵੀ ਅਸੀਂ ਕਿਵੇਂ ਰੱਬ ਨਾਲ ਜੁੜੇ ਰਹਿੰਦੇ ਹਾਂ, ਇਹ ਸਾਡੀ ਪਰਖ ਹੁੰਦੀ ਹੈ। ਜਿਵੇਂ ਕਿ ਇਸ ਪੰਕਤੀ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੀਵ ਨੇ ਮੰਗਿਆ ਬਹੁ ਤੇ ਮਿਲਿਆ ਵੀ ਬਹੁਤ, ਹਰੇਕ ਸ਼ੈ ਮਿਲੀ, ਪਰ ਸ਼ੈ ਪਾ ਕੇ ਹੰਕਾਰੀ ਹੋ ਗਿਆ, ਕ੍ਰੋਧੀ ਹੋ ਗਿਆ, ਕਾਮੀ ਹੋ ਗਿਆ, ਤਾਂ ਉਸ ਨੂੰ ਜੋ ਮਿਲਿਆ ਉਸ ਦਾ ਕੋਈ ਲਾਭ ਤਾਂ ਨਾ ਲੈ ਸਕਿਆ, ਉਲਟਾ ਇਹਨਾਂ ਅੰਦਰ ਖਪਣ ਲੱਗ ਪਿਆ, ਵਿਕਾਰੀ ਬਣ ਗਿਆ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਈ ਜੀਵ ਉਸ ਦੀਆਂ ਦਾਤਾਂ ਵਰਤ ਕੇ ਵਿਕਾਰਾਂ ਵਿੱਚ ਹੀ ਖਪ ਕੇ ਨਾਸ਼ ਹੁੰਦੇ ਹਨ। ਭਾਵ ਜੋ ਕੁਝ ਮਿਲਿਆ ਉਸ ਅੰਦਰ ਹੀ ਖਪਣ ਲੱਗ ਪਏ ਅਤੇ ਉਸ ਅਕਾਲ ਪੁਰਖ ਨੂੰ ਭੁੱਲ ਗਏ। ਇਸ ਤੋਂ ਇਲਾਵਾ ਹੋਰ ਵੀ ਜੀਵਾਂ ਬਾਰੇ ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ, ਜਿਵੇਂ ਕਿ ਕੀਤੇ ਲੈ ਲੈ ਮੁੱਕਰ ਪਾਹ, ਕੀਤੇ ਮੂਰਖ ਖਾਹੀ ਖਾਹ। ਭਾਵ ਬੇਅੰਤ ਜੀਵ ਐਸੇ ਹਨ ਜੋ ਅਕਾਲ ਪੁਰਖ ਤੋਂ ਪਦਾਰਥ ਪ੍ਰਾਪਤ ਕਰਕੇ ਖਾਈ ਵੀ ਜਾਂਦੇ ਹਨ, ਭੋਗੀ ਵੀ ਜਾਂਦੇ ਹਨ ਅਤੇ ਖਾ ਪੀ ਕੇ ਮੁੱਕਰ ਵੀ ਜਾਂਦੇ ਹਨ, ਅਤੇ ਕਈ ਐਸੇ ਮੂੜ ਹਨ ਜੋ ਸਿਰਫ ਖਾਈ ਹੀ ਜਾ ਰਹੇ ਹਨ, ਉਸ ਦੀਆਂ ਦਾਤਾਂ ਨੂੰ ਵਰਤੀ ਜਾ ਰਹੇ ਹਨ, ਪਰ ਕਦੇ ਸ਼ੁਕਰ ਵਿੱਚ ਆ ਕੇ ਇਹ ਨਹੀਂ ਆਖਦੇ ਕਿ ਹੇ ਮਾਲਕ, ਆਪ ਦਾ ਬਹੁਤ ਧੰਨਵਾਦ ਹੈ ਜੋ ਆਪ ਨੇ ਸਾਨੂੰ ਇਹ ਸਭ ਬਖਸ਼ਿਆ। ਗੁਰੂ ਪਿਆਰੋ, ਧੰਨਵਾਦ ਕਰਨ ਨਾਲ ਨਾ ਅਸੀਂ ਛੋਟੇ ਹੋ ਜਾਂਦੇ ਹਾਂ, ਨਾ ਅਕਾਲ ਪੁਰਖ ਵੱਡਾ ਹੋ ਜਾਂਦਾ ਹੈ, ਉਹ ਤਾਂ ਹੈ ਹੀ ਵੱਡਾ, ਉਸ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਲਾਲਚ ਨਹੀਂ, ਬਲਕਿ ਜਦ ਅਸੀਂ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ, ਤਾਂ ਅੰਦਰੋਂ ਨਿਮਰਤਾ ਨਾਲ ਪੜ੍ਹਦੇ ਹਾਂ, ਹਲੀਮੀ ਨਾਲ ਪੜ੍ਹਦੇ ਹਾਂ, ਅਤੇ ਨਾਲ ਹੀ ਅਸੀਂ ਮਾਲਕ ਦੀਆਂ ਦਾਤਾਂ ਦੀ ਕਦਰ ਕਰਨ ਵਾਲੇ ਬਣ ਜਾਂਦੇ ਹਾਂ, ਪਾਣੀ ਬਚਾਉਣ ਵਾਲੇ ਬਣਦੇ ਹਾਂ, ਹਵਾ ਸਾਫ਼ ਰੱਖਣ ਵਾਲੇ, ਕੁਦਰਤ ਨੂੰ ਬਚਾਉਣ ਵਾਲੇ ਬਣਦੇ ਹਾਂ, ਨਾ ਕਿ ਇਸ ਨੂੰ ਵਿਗਾੜਨ ਵਾਲੇ। ਤਾਂ ਜੋ ਮਨ ਹਰ ਵੇਲੇ ਸ਼ੁਕਰ ਵਿੱਚ ਰਹਿੰਦਾ ਹੈ, ਸ਼ੁਕਰਾਨੇ ਵਿੱਚ ਰਹਿੰਦਾ ਹੈ, ਉਹ ਮਨ ਸੰਤੋਖੀ ਹੋ ਜਾਂਦਾ ਹੈ, ਸਬਰ ਵਾਲਾ ਹੋ ਜਾਂਦਾ ਹੈ, ਅਤੇ ਜੋ ਬੇਸਬਰਾ ਹੈ ਉਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਮਿਲੀਆਂ ਦਾਤਾਂ ਨੂੰ ਭੋਗੀ ਵੀ ਜਾਂਦਾ ਹੈ ਤੇ ਖਾ ਪੀ ਕੇ ਮੁਕਰ ਵੀ ਜਾਂਦਾ ਹੈ। ਤਾਂ ਗੁਰੂ ਪਿਆਰੋ, ਗੁਰੂ ਸਾਹਿਬ ਨੇ ਸਾਨੂੰ ਉਸ ਮਨ ਬਾਰੇ ਦੱਸਿਆ ਜਿਸ ਨੂੰ ਸਭ ਮਿਲਿਆ, ਹਰੇਕ ਦਾਤ ਮਿਲੀ, ਪਰ ਸਭ ਪਾ ਕੇ ਮਾਲਕ ਦਾਤਾਰ ਨੂੰ ਉਹ ਭੁੱਲ ਗਿਆ ਅਤੇ ਨਾਲ ਹੀ ਦਾਤਾਂ ਪਿੱਛੇ ਲੱਗ ਕੇ ਪਦਾਰਥਾਂ ਦੀ ਬੇਕਦਰੀ ਕੀਤੀ ਅਤੇ ਖੁਦ ਵਿਕਾਰੀ ਬਣ ਗਿਆ। ਇਸ ਤੋਂ ਬਾਅਦ ਗੁਰੂ ਸਾਹਿਬ ਹਨ ਉਸ ਮਨ ਬਾਰੇ ਫਰਮਾਉਂਦੇ ਹਨ ਜਿਸ ਨੂੰ ਕੁਝ ਵੀ ਨਹੀਂ ਮਿਲਿਆ ਪਰ ਫਿਰ ਵੀ ਸ਼ੁਕਰ ਵਿੱਚ ਹੈ, ਜਿਵੇਂ ਕਿ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕੀਤਿਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਭਾਵ ਇੱਕ ਉਹ ਮਨ ਹਨ ਜਿਨ੍ਹਾਂ ਨੇ ਦਾਤਾਂ ਦੀ ਕਦਰ ਨਾ ਕੀਤੀ, ਅਤੇ ਦੂਜੇ ਪਾਸੇ ਉਹ ਹਨ ਜਿਨ੍ਹਾਂ ਨੂੰ ਜ਼ਰੂਰਤ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਿਆ, ਬਲਕਿ ਜ਼ਿੰਦਗੀ ਵਿੱਚ ਸਦਾ ਦੁੱਖ ਮਿਲਿਆ, ਭੁੱਖ ਮਿਲੀ, ਤੇ ਹਮੇਸ਼ਾ ਜ਼ਿੰਦਗੀ ਵਿੱਚ ਕੋਈ ਨਾ ਕੋਈ ਮਾਰ ਮਿਲੀ, ਕਦੇ ਕੋਈ ਮਾਰ ਕਦੇ ਕੋਈ, ਪਰ ਉਹਨਾਂ ਨੂੰ ਇੱਕ ਚੀਜ਼, ਇੱਕ ਦਾਤ ਮਿਲੀ, ਉਹ ਸੀ ਰੱਬ ਦਾ ਨਾਮ, ਉਸ ਦਾ ਪਿਆਰ, ਜਿਸ ਕਾਰਨ ਉਹਨਾਂ ਨੂੰ ਦੁੱਖ ਵੀ ਦੁੱਖ ਨਾ ਲੱਗਿਆ ਬਲਕਿ ਉਸ ਦੀ ਦਾਤ ਹੀ ਲੱਗੀ, ਉਹਨਾਂ ਨੂੰ ਭੁੱਖ ਵੀ ਭੁੱਖ ਨਾ ਲੱਗੀ ਬਲਕਿ ਉਸ ਦੀ ਦਾਤ ਹੀ ਲੱਗੀ। ਅਸੀਂ ਇਤਿਹਾਸ ਵਿੱਚ ਬਹੁਤ ਸਾਰੇ ਇਤਿਹਾਸਕ ਪ੍ਰਸੰਗ ਪੜ੍ਹੇ ਹਨ ਜਿੱਥੇ ਸਿੰਘਾਂ ਨੂੰ ਦੁੱਖ ਵੀ ਝੱਲਣੇ ਪਏ, ਭੁੱਖ ਵੀ ਝੱਲਣੀ ਪਈ, ਪਰ ਉਹਨਾਂ ਨੇ ਇਸ ਨੂੰ ਮਾਲਕ ਦੀ ਦਾਤ ਸਮਝਿਆ। ਗੁਰੂ ਪਿਆਰੋ, ਸਾਡੇ ਵਿੱਚੋਂ ਬਹੁਤ ਹੀ ਐਸੇ ਹਨ ਜਿਨ੍ਹਾਂ ਕੋਲ ਜਦ ਬਹੁਤਾ ਹੋਏ ਤਾਂ ਰੱਬ ਭੁੱਲ ਜਾਂਦੇ ਹਨ, ਅਤੇ ਜੇ ਥੋੜਾ ਹੋਏ ਤਾਂ ਰੱਬ ਨੂੰ ਉਲਾਮੇ ਦੇਈ ਜਾਂਦੇ ਹਨ, ਪਰ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਕਿ ਸੁੱਖ ਦੁੱਖ ਤਾਂ ਜੀਵਨ ਦਾ ਅੰਗ ਹਨ, ਇਹ ਹਰੇਕ ਤੇ ਆਉਣੇ ਹਨ, ਤਾਂ ਉਹ ਦੁੱਖ ਸੁੱਖ ਅੰਦਰ ਜਾਂ ਕਿਸੇ ਵੀ ਹਾਲਾਤ ਅੰਦਰ ਕਦੇ ਵੀ ਰੱਬ ਨੂੰ ਨਹੀਂ ਭੁੱਲਦੇ, ਬਲਕਿ ਦੁੱਖ ਨੂੰ ਉਸ ਦੀ ਦਾਤ ਸਮਝ ਕੇ ਝੋਲੀ ਪਾਉਂਦੇ ਹਨ। ਜੇ ਭੁੱਖ ਦਿੱਤੀ ਹੈ ਤਾਂ ਇਸ ਨੂੰ ਉਸ ਦਾ ਹੁਕਮ ਸਮਝਦੇ ਹਨ। ਗੁਰੂ ਪਿਆਰਿਓ, ਸੰਸਾਰ ਅੰਦਰ ਵੀ ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ ਜਦ ਉਹਨਾਂ ਨੂੰ ਪਹਿਲਾਂ ਜ਼ਿੰਦਗੀ ਵਿੱਚ ਦੁੱਖ ਭੁੱਖ ਤੇ ਮਾਰ ਪਈ ਤਾਂ ਉਹ ਘਬਰਾਏ ਨਹੀਂ, ਕੋਈ ਉਲਾਮੇ ਨਹੀਂ ਦਿੱਤੇ, ਬਲਕਿ ਇਸ ਨੂੰ ਵੀ ਦਾਤ ਸਮਝ ਕੇ ਝੋਲੀ ਚ ਪਾਇਆ, ਹੁਕਮ ਨੂੰ ਮੰਨਿਆ, ਅਤੇ ਅੰਤ ਉਹ ਸਾਰੀ ਦੁਨੀਆ ਅੰਦਰ ਚਮਕੇ। ਕਿਉਂ? ਕਿਉਂਕਿ ਉਹਨਾਂ ਇਹ ਨਹੀਂ ਦੇਖਿਆ ਕਿ ਇਹ ਦੁੱਖ ਹੈ, ਉਹਨਾਂ ਦੇਖਿਆ ਕਿ ਇਹ ਵੀ ਦਾਤ ਹੈ। ਉਹਨਾਂ ਦੁੱਖ ਨੂੰ ਦਾਰੂ ਬਣਾ ਲਿਆ, ਦੁੱਖ ਨੂੰ ਹਥਿਆਰ ਬਣਾ ਕੇ ਜ਼ਿੰਦਗੀ ਦੀ ਬਾਜੀ ਨੂੰ ਜਿੱਤਿਆ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਿਤਨੇ ਹੀ ਐਸੇ ਜੀਵ ਹਨ ਜਿਨ੍ਹਾਂ ਨੂੰ ਦੁੱਖ ਤੇ ਭੁੱਖ ਦੀ ਮਾਰ ਪੈਂਦੀ ਹੈ, ਪਰ ਐਸੀ ਮਾਰ ਨੂੰ ਵੀ ਉਹ ਰੱਬ ਦੀ ਦਾਤ ਮੰਨਦੇ ਹਨ, ਰੱਬ ਦੀ ਬਖਸ਼ਿਸ਼ ਮੰਨਦੇ ਹਨ, ਸਦਾ ਸ਼ੁਕਰ ਵਿੱਚ ਰਹਿੰਦੇ ਹਨ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਈ। ਗੁਰੂ ਪਿਆਰੋ, ਦਾਤਾਂ ਤਾਂ ਹਰੇਕ ਨੂੰ ਮਿਲਦੀਆਂ ਹਨ, ਪਰ ਜਿੱਥੇ ਕੁਝ ਐਸੇ ਹਨ ਜੋ ਲੈ ਲੈ ਕੇ ਮੁੱਕਰ ਜਾਂਦੇ ਹਨ, ਜਾਂ ਜੇ ਨਹੀਂ ਮਿਲਿਆ ਤਾਂ ਉਲਾਮੇ ਦਿੰਦੇ ਹਨ, ਉੱਥੇ ਉਹ ਮਨ ਵੀ ਹਨ ਜਿਨ੍ਹਾਂ ਨੂੰ ਜੇ ਬਹੁਤਾ ਮਿਲਿਆ ਤਾਂ ਵੀ ਸ਼ੁਕਰ ਵਿੱਚ ਹਨ, ਸ਼ੁਕਰਾਨੇ ਵਿੱਚ ਹਨ, ਜੇ ਘੱਟ ਮਿਲਿਆ ਤਾਂ ਵੀ ਸ਼ੁਕਰ ਵਿੱਚ ਹਨ। ਪਰ ਸਵਾਲ ਇਹ ਹੈ ਕਿ ਜੋ ਸ਼ੁਕਰ ਵਿੱਚ ਹਨ, ਜੋ ਸ਼ੁਕਰਾਨੇ ਵਿੱਚ ਹਨ, ਉਹ ਕਿਵੇਂ ਹਨ?
ਸਾਰੇ ਹੀ ਜੀਵ ਅਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਕਿਉਂ ਨਹੀਂ ਹੋ ਪਾਉਂਦੇ? ਤਾਂ ਇਸ ਸਵਾਲ ਦੇ ਜਵਾਬ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਸ਼ੁਕਰਾਨੇ ਵਿੱਚ ਇਸ ਲਈ ਨਹੀਂ ਕਿਉਂਕਿ ਉਹ ਬੰਧਨਾਂ ਵਿੱਚ ਹਨ, ਵਿਕਾਰਾਂ ਵਿੱਚ ਹਨ, ਲੋਭ, ਹਉਮੈ, ਹੰਕਾਰ ਆਦਿ ਵਿੱਚ ਫਸ ਕੇ ਦਾਤਾਰ ਨੂੰ ਹੀ ਭੁੱਲ ਗਏ ਹਨ। ਪਰ ਜਿਨ੍ਹਾਂ ਨੇ ਰੱਬ ਦੇ ਨਾਮ ਨੂੰ, ਉਸ ਦੇ ਗੁਣਾਂ ਨੂੰ ਮਨ ਅੰਦਰ ਵਸਾਇਆ ਹੈ, ਉਹਨਾਂ ਮਨ ਉੱਤੇ ਪਏ ਸਾਰੇ ਬੰਧਨ ਤੋੜ ਲਏ ਹਨ, ਉਹਨਾਂ ਤੋਂ ਆਜ਼ਾਦ ਹੋ ਗਏ ਹਨ ਅਤੇ ਸਦਾ ਹੁਕਮ ਅੰਦਰ, ਭਾਣੇ ਅੰਦਰ ਚੱਲਣ ਲੱਗੇ, ਭਾਵੇਂ ਉਹਨਾਂ ਉੱਤੇ ਕਿਹੋ ਜਿਹੇ ਵੀ ਹਾਲਾਤ ਹੋਣ। ਜਿਵੇਂ ਗੁਰੂ ਪਿਆਰੋ ਜਦ ਪੰਚਮ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਤਾਂ ਉੱਥੇ ਗੁਰੂ ਸਾਹਿਬ ਨੇ ਉਸ ਨੂੰ ਦੁੱਖ ਨਹੀਂ ਕਿਹਾ, ਨਾ ਹੀ ਕੋਈ ਮੁਸੀਬਤ, ਬਲਕਿ ਫਰਮਾਇਆ ਕਿ ਇਹ ਵੀ ਉਸ ਦਾ ਭਾਣਾ ਹੈ ਅਤੇ ਤੇਰਾ ਭਾਣਾ ਮੀਠਾ ਲੱਗੇ। ਤਾਂ ਜਿਸ ਨੂੰ ਭਾਣਾ ਸਮਝ ਆ ਜਾਏ, ਭਾਵ ਹੁਕਮ ਸਮਝ ਆ ਜਾਏ, ਉਸ ਲਈ ਦੁੱਖ ਭੁੱਖ ਵੀ ਉਸ ਦੀ ਦਾਤ ਹੈ। ਪਰ ਇਹ ਉਸ ਨੂੰ ਸਮਝ ਆਉਂਦਾ ਹੈ ਜੋ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਵਿਕਾਰਾਂ ਦੇ ਬੰਧਨਾਂ ਤੋਂ ਖਲਾਸੀ ਸਿਰਫ ਅਕਾਲ ਪੁਰਖ ਦੇ ਭਾਣੇ ਵਿੱਚ ਤੁਰਿਆ ਹੀ ਮਿਲਦੀ ਹੈ ਅਤੇ ਹੁਕਮ ਤੋਂ ਬਿਨਾਂ, ਭਾਣੇ ਤੋਂ ਬਿਨਾਂ ਖਲਾਸੀ ਦਾ ਕੋਈ ਹੋਰ ਤਰੀਕਾ ਕੋਈ ਹੋਰ ਮਨੁੱਖ ਨਹੀਂ ਦੱਸ ਸਕਦਾ। ਭਾਵ ਕੋਈ ਮਨੁੱਖ ਇਹ ਨਹੀਂ ਦੱਸ ਸਕਦਾ ਕਿ ਭਾਣੇ ਵਿੱਚ ਤੁਰਨ ਤੋਂ ਬਿਨਾਂ ਵਿਕਾਰਾਂ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਵੀ ਹੋ ਸਕਦਾ ਹੈ। ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਕੋ ਕਾਇਕ ਆਖਣ ਪਾਏ ਉਹ ਜਾਣੈ, ਜੇਤੀਆਂ ਮੂੰਹ ਖਾਏ। ਕਾਇਕ ਨੂੰ ਕੱਚਾ ਮਨੁੱਖ, ਮੂਰਖ ਜਾਂ ਗੱਪੀ ਵੀ ਕਿਹਾ ਜਾਂਦਾ ਹੈ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਕੋਈ ਕਾਇਕ, ਕੱਚਾ ਮਨ ਇਹ ਦੱਸਣ ਦਾ ਯਤਨ ਕਰੇ ਕਿ ਵਿਕਾਰਾਂ ਤੋਂ ਛੁੱਟਣ ਦਾ ਕੋਈ ਹੋਰ ਰਾਹ ਵੀ ਹੈ, ਤਾਂ ਉਹ ਹੋਰ ਕਿਸੇ ਨੂੰ ਕੁਝ ਦੱਸੇ ਜਾਂ ਨਾ, ਪਰ ਉਹ ਆਪ ਇੱਕ ਗੱਲ ਜ਼ਰੂਰ ਜਾਣ ਲੈਂਦਾ ਹੈ ਕਿ ਮੈਂ ਜੋ ਰਸਤਾ ਚੁਣਿਆ ਹੈ ਉਹ ਗਲਤ ਹੈ। ਇਹ ਸਿਵਾਏ ਕਰਮਕਾਂਡ ਤੋਂ ਕੁਝ ਨਹੀਂ। ਉਹ ਜਾਣਦਾ ਹੈ ਕਿ ਜਿਤਨੀਆਂ ਵੀ ਮੈਂ ਰਾਹਾਂ ਚੁਣੀਆਂ ਹਨ, ਜਿੰਨਾ ਵੀ ਮੈਂ ਝੂਠ ਬੋਲਿਆ ਹੈ, ਉਸ ਨਾਲ ਮੈਨੂੰ ਮੂੰਹ ਦੀ ਖਾਣੀ ਪਈ, ਭਾਵ ਸ਼ਰਮਿੰਦਗੀ ਚੱਕਣੀ ਪਈ। ਗੁਰੂ ਪਿਆਰਿਓ, ਅਸੀਂ ਵੀ ਅੱਜਕੱਲ ਬਹੁਤ ਦੇਖਦੇ ਹਾਂ ਕਿ ਜੇ ਦੁੱਖਾਂ ਤੋਂ ਬਚਣਾ ਹੈ ਜਾਂ ਕਿਸੇ ਵੀ ਰੋਗ ਤੋਂ, ਮਾਰ ਤੋਂ ਬਚਣਾ ਹੈ ਤਾਂ ਦੱਸਿਆ ਜਾਂਦਾ ਹੈ ਕਿ ਇਹ ਤਰੀਕਾ ਅਪਣਾਓ ਜਾਂ ਇੰਜ ਕੋਈ ਉਪਾਅ ਕਰੋ। ਤੇ ਜੋ ਇਸ ਰਾਹ ਤੇ ਚੱਲਦਾ ਹੈ ਉਸ ਨੂੰ ਸਿਵਾਏ ਇੱਕ ਹੋਰ ਨਵੇਂ ਰੋਗ ਤੋਂ ਹੋਰ ਕੁਝ ਨਹੀਂ ਮਿਲਦਾ, ਕਿਉਂਕਿ ਰਸਤਾ ਗਲਤ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਬੰਧਨਾਂ ਤੋਂ ਛੁੱਟਣ ਦਾ ਰਸਤਾ ਇੱਕ ਹੈ, ਉਹ ਹੈ ਭਾਣਾ, ਉਹ ਹੈ ਹੁਕਮ। ਗੁਰੂ ਸਾਹਿਬ ਪਹਿਲੀ ਪੌੜੀ ਤੋਂ ਲੈ ਕੇ ਹੁਣ ਤੱਕ ਇਹੀ ਗੱਲ ਵਾਰ-ਵਾਰ ਮਨ ਨੂੰ ਸਮਝਾਵੇਂ। ਇਹੀ ਮਨ ਅੰਦਰੋਂ ਹਉਮੈ ਦੂਰ ਕਰਦਾ ਹੈ, ਮਾਇਆ ਤੋਂ ਛਡਾਉਂਦਾ ਹੈ, ਸਾਨੂੰ ਰੱਬ ਨਾਲ ਇੱਕ ਕਰਦਾ ਹੈ। ਤਾਂ ਗੁਰੂ ਸਾਹਿਬ ਨੇ ਪੰਕਤਾਂ ਰਾਹੀਂ ਫਰਮਾਉਂਦੇ ਹਨ ਕਿ ਜੋ ਬੰਧਨਾਂ ਤੋਂ ਛੁੱਟਣ ਦਾ ਹੋਰ ਰਸਤਾ ਦੱਸਦੇ ਹਨ, ਉਹਨਾਂ ਨੂੰ ਅੰਤ ਮੂੰਹ ਦੀ ਖਾਣੀ ਪੈਂਦੀ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਆਪੇ ਜਾਣੈ ਆਪੇ ਦੇ, ਆਖੈ ਸੇ ਭੇ ਕੇਈ ਕੇ। ਭਾਵ ਕਿ ਇਸ ਜਗਤ ਅੰਦਰ ਸਿਰਫ ਉਹੀ ਨਹੀਂ ਜੋ ਦਾਤਾਂ ਲੈ ਕੇ ਮੁਕਰ ਜਾਂਦੇ ਹਨ, ਨਾ ਸ਼ੁਕਰੇ ਹੋ ਜਾਂਦੇ ਹਨ, ਬਲਕਿ ਇੱਥੇ ਆਖੈ ਸੇ ਭੇ, ਭਾਵ ਇਹ ਗੱਲ ਆਖਣ ਵਾਲੇ ਵੀ ਕਈ ਕੀ ਹਨ, ਭਾਵ ਬਹੁਤ ਹਨ। ਕਿਹੜੀ ਗੱਲ? ਕਿ ਉਸ ਦਾਤਾਰ ਦਾ ਸਦਾ ਸਦਾ ਸ਼ੁਕਰਾਨਾ ਹੈ ਜੋ ਸਾਨੂੰ ਦਾਤਾਂ ਬਖਸ਼ਦਾ ਹੈ। ਆਪੇ ਜਾਣੇ, ਉਹ ਆਪ ਹੀ ਸਾਡੀਆਂ ਲੋੜਾਂ ਨੂੰ ਜਾਣਦਾ ਹੈ, ਆਪੇ ਦੇ ਅਤੇ ਆਪ ਹੀ ਦਾਤਾਂ ਦੇਈ ਜਾਂਦਾ ਹੈ। ਗੁਰੂ ਪਿਆਰੋ, ਸਿਰਜਣਹਾਰ ਤਾਂ ਐਸਾ ਸੁਜਾਨ ਹੈ ਕਿ ਉਹ ਸਾਡੇ ਜਨਮ ਤੋਂ ਪਹਿਲਾਂ ਸਾਡੇ ਰਹਿਣ ਲਈ ਧਰਤੀ, ਜੀਣ ਲਈ ਸਾਹ ਤੇ ਖਾਣ ਪੀਣ ਲਈ ਸਭ ਕੁਝ ਪੈਦਾ ਕਰ ਦਿੰਦਾ ਹੈ। ਹੋਰ ਤਾਂ ਹੋਰ ਸਾਡੇ ਸਾਥ ਲਈ ਬਹੁਤ ਸਾਰੇ ਲੋਕ ਵੀ ਦਿੰਦਾ ਹੈ। ਇਸ ਲਈ ਗੁਰੂ ਪਿਆਰਿਓ, ਜੋ ਮਿਲਿਆ ਹੈ ਉਸ ਦਾ ਧੰਨਵਾਦ ਕਰਨਾ ਸਿੱਖੀਏ। ਸਵਾਸ ਸਵਾਸ ਧੰਨਵਾਦ ਕਰੀਏ, ਹਰ ਦਿਨ ਲਈ ਧੰਨਵਾਦ ਕਰੀਏ, ਹਰ ਸਾਹ ਲਈ ਧੰਨਵਾਦ ਕਰੀਏ, ਹਰ ਗਿਰਾਸ ਲਈ ਧੰਨਵਾਦ ਕਰੀਏ। ਤਾਂ ਇਸ ਤੋਂ ਬਾਅਦ ਅੰਤਲੀਆਂ ਤੁਕਾਂ ਅੰਦਰ ਗੁਰੂ ਸਾਹਿਬ ਸਭ ਤੋਂ ਵੱਡੀ ਦਾਤ ਬਾਰੇ ਚਾਨਣਾ ਪਾਉਂਦੇ ਹੋਏ ਫਰਮਾਉਂਦੇ ਹਨ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਗੁਰੂ ਪਿਆਰਿਓ, ਸਾਨੂੰ ਜ਼ਿੰਦਗੀ ਵਿੱਚ ਬਹੁਤ ਕੁਝ ਮਿਲਦਾ ਹੈ, ਬਹੁਤ ਦਾਤਾਂ ਮਿਲਦੀਆਂ ਹਨ, ਪਰ ਸਭ ਤੋਂ ਵੱਡੀ ਦਾਤ ਕੀ ਹੈ? ਕਿ ਜਿਸ ਨੂੰ ਬਹੁਤ ਸਾਰੀ ਦੌਲਤ ਮਿਲੀ ਉਹ ਦਾਤ ਵੱਡੀ ਹੈ, ਜਾਂ ਕੋਈ ਰਾਜ ਭਾਗ ਮਿਲਿਆ ਉਹ ਦਾਤ ਵੱਡੀ ਹੈ, ਜਾਂ ਜਿਸ ਨੂੰ ਭੁੱਖ ਦੁੱਖ ਮਿਲੀ ਉਹ ਵੱਡੀ ਦਾਤ ਹੈ, ਜਾਂ ਬਹੁਤ ਸੁੱਖ ਮਿਲਿਆ ਉਹ ਵੱਡੀ ਦਾਤ ਹੈ? ਨਹੀਂ, ਸਭ ਤੋਂ ਵੱਡੀ ਦਾਤ ਹੈ ਉਸ ਦੇ ਨਾਮ ਦੀ ਦਾਤ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੇ ਨਾਨਕ, ਜਿਸ ਨੂੰ ਅਕਾਲ ਪੁਰਖ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ਦਾ ਹੈ, ਆਪਣੇ ਗੁਣ ਬਖਸ਼ਦਾ ਹੈ, ਨਾਮ ਬਖਸ਼ਦਾ ਹੈ, ਉਹੀ ਸਭ ਤੋਂ ਵੱਡੀ ਦਾਤ ਹੈ ਅਤੇ ਉਹ ਮਨੁੱਖ ਸਮਝੋ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਗੁਰੂ ਪਿਆਰਿਓ, ਇਸ ਦੁਨੀਆ ਅੰਦਰ ਬਹੁਤ ਸਾਰੇ ਪਾਤਸ਼ਾਹ ਹਨ, ਪਰ ਸਭ ਤੋਂ ਮਹਾਨ ਉਹ ਹੈ ਜਿਸ ਦੇ ਮਨ ਅੰਦਰ ਰੱਬ ਦੀ ਸਿਫਤ ਸਲਾਹ ਹੈ, ਉਸ ਦਾ ਗੁਣਗਾਨ ਹੈ। ਇਸ ਤੋਂ ਵੱਡੀ ਹੋਰ ਕੋਈ ਦਾਤ ਨਹੀਂ ਹੋ ਸਕਦੀ।
ਤਾਂ ਗੁਰੂ ਪਿਆਰੋ ਇਹ ਸੀ 25ਵੀਂ ਪੌੜੀ, ਜਿਸ ਅੰਦਰ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਦਾਤਾਰ ਨੂੰ ਭਾਵ ਅਕਾਲ ਪੁਰਖ ਨੂੰ ਹਮੇਸ਼ਾ ਯਾਦ ਰੱਖਣਾ ਹੈ, ਮਿਲੀਆਂ ਦਾਤਾਂ ਦਾ ਸ਼ੁਕਰ ਕਰਨਾ ਹੈ, ਨਾ ਕਿ ਦਾਤਾਂ ਅੰਦਰ ਗਵਾ ਕੇ ਦਾਤਾਰ ਨੂੰ ਭੁੱਲ ਜਾਣਾ ਹੈ। ਅਤੇ ਨਾਲ ਹੀ ਸਮਝਾਇਆ ਕਿ ਸਦਾ ਰੱਬੀ ਨਾਮ ਨਾਲ ਜੁੜੇ ਰਹਿਣਾ ਹੈ ਤਾਂ ਜੋ ਅਸੀਂ ਵਿਕਾਰਾਂ ਵਿੱਚ ਨਾ ਫਸੀਏ, ਪਦਾਰਥਾਂ ਵਿੱਚ ਨਾ ਫਸੀਏ, ਸਦਾ ਹੁਕਮ ਨੂੰ ਸਮਝ ਕੇ ਚੱਲੀਏ, ਉਸ ਦੀ ਸਿਫਤ ਸਲਾਹ ਕਰਦੇ ਰਹੀਏ। ਜਿਸ ਮਨ ਅੰਦਰ ਉਸ ਦੀ ਸਿਫਤ ਸਲਾਹ ਹੈ, ਉਸ ਦਾ ਪਿਆਰ ਹੈ, ਉਸ ਦੇ ਗੁਣ ਹਨ, ਉਸ ਦੀ ਬਾਤ ਹੈ, ਉਹ ਫਿਰ ਸਿੱਧਾ ਦਾਤਾਰ ਨਾਲ ਜੁੜ ਜਾਂਦਾ ਹੈ, ਸਭ ਤੋਂ ਵੱਡੀ ਦਾਤ ਨਾਲ ਜੁੜ ਜਾਂਦਾ ਹੈ। ਤਾਂ ਗੁਰੂ ਪਿਆਰਿਓ, ਅਸੀਂ ਵੀ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੀਏ, ਰੱਬੀ ਹੁਕਮ ਨੂੰ ਸਮਝੀਏ, ਉਸ ਦੇ ਗੁਣਾਂ ਨੂੰ ਜੀਵੀਏ ਤੇ ਸਦਾ ਸ਼ੁਕਰ ਅੰਦਰ ਰਹੀਏ, ਸਦਾ ਧੰਨਵਾਦ ਅੰਦਰ ਰਹੀਏ। ਧੰਨਵਾਦ। ਤਾਂ ਅੰਤ ਵਿੱਚ ਗੁਰੂ ਸਾਹਿਬ ਦਾ ਇਸ ਵਿਚਾਰ ਨੂੰ ਸਮਝਾਉਣ ਲਈ ਕੋਟਾਨ ਕੋਟ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਦੀ ਮੈਂ ਖਿਮਾ ਮੰਗਦਾ ਹਾਂ ਅਤੇ ਆਪ ਸਭ ਸੰਗਤ ਦਾ ਵੀ ਇਸ ਵਿਚਾਰ ਨੂੰ ਸੁਣਨ ਲਈ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।